गुड मॉर्निंग स्टूडेंट्स। ਅੱਜ ਆਪਾਂ ਆਪਣੇ ਚੈਪਟਰ 3 ਹਿਊਮਨ ਰਿਪਰੋਡਕਸ਼ਨ ਦੇ ਵਿੱਚ ਫੀਮੇਲ ਰਿਪਰੋਡਕਟਿਵ ਸਿਸਟਮ ਪੜ੍ਹਨ ਜਾ ਰਹੇ ਹਾਂ। ਬੱਚੇ ਫੀਮੇਲ ਰਿਪਰੋਡਕਟਿਵ ਸਿਸਟਮ ਜਿਹੜਾ ਹੈਗਾ ਇਟ ਇਜ਼ ਪ੍ਰੈਜ਼ੈਂਟ ਇਨ ਦਾ ਪੈਲਵਿਕ ਰੀਜਨ ਇਨ ਦਾ ਫੀਮੇਲ ਬੋਡੀ ਔਰ ਇਹ ਬਹੁਤ ਇੰਪੋਰਟੈਂਟ ਸਿਸਟਮ ਹੈ ਬਿਕੋਜ਼ ਫੀਮੇਲ ਰਿਪਰੋਡਕਟਿਵ ਸਿਸਟਮ ਜਿੱਥੇ ਫੀਮੇਲ ਗੈਮੀਟ ਪ੍ਰੋਡਿਊਸ ਕਰ ਰਿਹਾ ਹੈ ਵਿਚ ਇਜ਼ ਓਵਾ, ਉਸ ਤੋਂ ਇਲਾਵਾ ਜਿਹੜੀ ਫਰਟੀਲਾਈਜੇਸ਼ਨ ਹੋ ਰਹੀ ਹੈ, ਜ਼ਾਈਗੋਟ ਫਾਰਮੇਸ਼ਨ ਹੋ ਰਹੀ ਹੈ, ਉਹ ਵੀ ਫੀਮੇਲ ਬੋਡੀ ਦੇ ਅੰਦਰ ਹੋ ਰਿਹਾ ਹੈ। ਜ਼ਾਈਗੋਟ ਇੰਪਲਾਂਟੇਸ਼ਨ ਹੋ ਰਹੀ ਹੈ, ਪਲੇਸੈਂਟਾ ਬਣ ਰਿਹਾ ਹੈ, 280 ਡੇਜ਼ ਦਾ ਗੈਸਟੇਸ਼ਨ ਪੀਰੀਅਡ ਹੈ, ਫੀਟਸ ਗਰੋ ਕਰ ਰਿਹਾ ਹੈ ਫੀਮੇਲ ਬੋਡੀ ਦੇ ਅੰਦਰ ਔਰ ਉਸ ਤੋਂ ਬਾਅਦ ਜਿਹੜੀ ਪਾਰਟੂਰੇਸ਼ਨ ਹੋ ਰਹੀ ਹੈ, ਮੈਚਿਓਰ ਬੇਬੀ ਜਦੋਂ ਬਾਹਰ ਆ ਰਿਹਾ ਹੈ, ਇਹ ਸਾਰੇ ਕੰਮ ਜਿਹੜੇ ਨੇ ਉਹ ਫੀਮੇਲ ਬੋਡੀ ਕਰ ਰਹੀ ਹੈ। ਸੋ ਫੀਮੇਲ ਰਿਪਰੋਡਕਟਿਵ ਸਿਸਟਮ even it is involved in the child care. So female reproductive system is very important as compared to male reproductive system because ਇਸਦੇ functions ਜਿਹੜੇ ਨੇ ਉਹ ਕਾਫੀ ਜ਼ਿਆਦਾ ਨੇ। So let us study the various parts of the female reproductive system. ਪ੍ਰਾਇਮਰੀ ਸੈਕਸ ਆਰਗਨਸ ਕਿਹੜੇ ਨੇ ਔਰ ਸੈਕੰਡਰੀ ਸੈਕਸ ਆਰਗਨਸ ਕਿਹੜੇ ਨੇ ਔਰ ਕਿਸ ਤਰ੍ਹਾਂ ਇਹ ਸਾਰੇ ਮਿਲ ਕੇ ਜਿਹੜੇ ਨੇ ਉਹ ਇੱਕ ਹੈਲਦੀ ਸਿਸਟਮ ਬਣਾਉਂਦੇ ਨੇ ਜੋ ਕਿ ਵਰਕ ਕਰਦਾ ਹੈ ਬੋਡੀ ਦੇ ਅੰਦਰ। Now, female reproductive system बच्चे as you already know that they have primary sex organ that is ovaries. There are pair of ovaries which are present on either side of the uterus. Ovaries they produces ova and they also produces female sex organs that is estrogen and progesterone, right? ਪ੍ਰਾਇਮਰੀ ਸੈਕਸ ਆਰਗਨਸ ਨੂੰ ਹੈਲਪ ਕਰਦੇ ਨੇ, ਅਸਿਸਟ ਕਰਦੇ ਨੇ ਬਹੁਤ ਸਾਰੇ ਸੈਕੰਡਰੀ ਸੈਕਸ ਆਰਗਨਸ ਜਿਵੇਂ ਸਾਡੇ ਕੋਲ ਅਸੈਸਰੀ ਡਕਟਸ ਨੇ, ਫੈਲੋਪੀਅਨ ਟਿਊਬ, ਯੂਟਰਸ, ਸਰਵਿਕਸ, ਵੇਜਾਈਨਾ। ਉਸ ਤੋਂ ਬਾਅਦ ਫੀਮੇਲ ਬੋਡੀ ਦੇ ਵਿੱਚ ਐਕਸਟਰਨਲ ਜੈਨੀਟੇਲੀਆ ਹੈ ਔਰ ਉਹਦੇ ਡਿਫਰੈਂਟ ਪਾਰਟਸ ਨੇ ਦੈਟ ਇਜ਼ ਮੋਨਸ ਪਿਊਬਿਸ, ਵੈਸਟੀਬਿਊਲ, ਹਾਈਮਨ, ਕਲਾਈਟੋਰਿਸ. So we will study it one by one and I'll try my best to explain you all these parts with the help of the diagrams. Okay. First of all, बच्चे we will study about the primary structure that is the main sex organ in the female body and that is ovary. So you can see the accessory glands also, like these are the pair of ovaries 1 and 2 and both the ovaries they are present on either side of the uterus and then there is a tube like structure, accessory duct, this is called fallopian tube. So ovaries, if you see the ovaries they are not hanging in the abdominal cavity. First of all I want to make one thing very clear to you that ovaries are abdominal in position whereas testes जो थे वो के सीगे एक्स्ट्रा एबडोमिनल सीगे, स्क्रोटल सैक ਦੇ ਅੰਦਰ ਸੀਗੇ बट ओवरीज एबडोमिनल ਹੁੰਦੇ ਆ ਪੋਜੀਸ਼ਨ ਦੇ ਵਿੱਚ ਔਰ ਓਵਰੀਜ਼ ਜਿਹੜੇ ਨੇ ਉਹ ਯੂਟਰਸ ਦੀ ਵਾਲ ਦੇ ਨਾਲ ਦੇਖੋ ਅਟੈਚਡ ਹੈ, ਦੋਨੋਂ ਸਾਈਡ ਤੇ ਯੂਟਰਸ ਦੀ ਵਾਲ ਦੇ ਨਾਲ ਅਟੈਚਡ ਨੇ ਵਿਦ ਦੀ ਹੈਲਪ ਆਫ ਲਿਗਾਮੈਂਟਸ, ਦੇ ਆਰ ਨੋਨ ਐਜ਼ ਓਵੇਰੀਅਨ ਲਿਗਾਮੈਂਟਸ, ਅੱਗੇ ਮੈਂ ਇਹਨੂੰ ਲੇਬਲ ਕੀਤਾ ਹੋਇਆ ਹੈ, ਠੀਕ ਹੈ। ਔਰ ਓਵਰੀਜ਼ ਜਿਹੜੇ ਨੇ ਮੋਸਟਲੀ ਇਹ ਐਲਮੰਡ ਸ਼ੇਪ ਦੇ ਹੁੰਦੇ ਨੇ ਔਰ 2 to 4 ਸੈਂਟੀਮੀਟਰ ਇਹਨਾਂ ਦੀ ਲੈਂਥ ਹੁੰਦੀ ਹੈ, 2 to 4 ਸੈਂਟੀਮੀਟਰ ਐਲਮੰਡ ਸ਼ੇਪ ਨੇ ਔਰ ਓਵਰੀ ਦੇ ਅੰਦਰ ਤੁਹਾਨੂੰ ਬਹੁਤ ਸਾਰੇ ਫੋਲੀਕਲਸ ਨਜ਼ਰ ਆਉਣਗੇ ਜੋ ਕਿ ਡਿਫਰੈਂਟ ਸਟੇਜਿਸ ਆਫ ਡਿਵੈਲਪਮੈਂਟ ਦੇ ਹੁੰਦੇ ਨੇ। ਦੋਨੋਂ ਪਾਸੇ ਓਵਰੀਜ਼ ਜਿਹੜੇ ਹੁੰਦੇ ਨੇ ਦੇ ਆਰ ਫਿਲਡ ਵਿਦ ਦਾ ਫੋਲੀਕਲਸ। ਸੋ ਦਿਸ ਇਜ਼ ਦਾ ਪ੍ਰਾਇਮਰੀ ਸੈਕਸ organs. Now let's come to the second part which is the accessory duct that is fallopian tube. Now ਬੱਚੇ fallopian tube ਜਿਵੇਂ ਤੁਸੀਂ ਪਿਛਲੇ ਡਾਇਗਰਾਮ 'ਚ ਦੇਖਿਆ ਕਿ there are pair of fallopian ਜਿਵੇਂ ovaries ਦਾ pair ਹੈ ਦੋਨੋਂ ਸਾਈਡ ਤੇ ਯੂਟਰਸ ਦੇ we have pair of fallopian tube 1 and 2. So let us try to study the various parts of the fallopian tubes. ਫੈਲੋਪੀਅਨ ਟਿਊਬਸ ਅਗਰ ਤੁਸੀਂ ਦੇਖਦੇ ਹੋ ਇੱਕ ਲੌਂਗ ਮਸਕੂਲਰ ਟਿਊਬ ਲਾਈਕ ਸਟਰਕਚਰ ਹੈ ਔਰ ਫੈਲੋਪੀਅਨ ਟਿਊਬ ਜਿਹੜੀ ਹੁੰਦੀ ਹੈ ਉਸ ਦੇ ਅੰਦਰ ਸੀਲੀਆਸ ਹੁੰਦੇ ਨੇ, ਛੋਟੇ ਛੋਟੇ ਹੇਅਰਸ ਹੁੰਦੇ ਨੇ, ਦੇ ਆਰ ਕਾਲਡ ਸੀਲੀਆਸ, ਰਾਈਟ। ਫੈਲੋਪੀਅਨ ਟਿਊਬ ਜੋ ਹੈ ਇਹ ਆਪਣਾ ਯੂਟਰਸ ਤੋਂ, ਇਹ ਯੂਟਰਸ ਹੈ, ਯੂਟਰਸ ਫੈਲੋਪੀਅਨ ਟਿਊਬ ਦਾ ਇੱਕ ਪਾਰਟ ਜਿਹੜਾ ਹੈਗਾ ਅੱਗੇ ਜਾ ਕੇ ਯੂਟਰਸ ਦੇ ਵਿੱਚ ਖੁੱਲ੍ਹਦਾ ਹੈ। ਸੋ ਓਵਰੀ ਤੇ ਸਾਈਡ ਤੋਂ ਸ਼ੁਰੂ ਹੋ ਜਾਂਦੀ ਹੈ ਐਂਡ ਇਟ ਅਲਟੀਮੇਟਲੀ ਇਟ ਐਕਸਟੈਂਡ ਫਰੋਮ ਦੀ ਪੈਰੀਫਰੀ ਆਫ ਦਾ ਓਵਰੀ ਐਂਡ ਅਲਟੀਮੇਟਲੀ ਇਟ ਜੁਆਇਨਸ ਦਾ ਯੂਟਰਸ। ਫੈਲੋਪੀਅਨ ਟਿਊਬ ਹੈਜ਼ 3 ਪਾਰਟਸ। ਫਸਟ ਪਾਰਟ ਜਿਹੜਾ ਹੈਗਾ ਉਹਨੂੰ ਅਸੀਂ ਇਨਫੰਡੀਬਿਊਲਮ ਕਹਿੰਦੇ ਹਾਂ,
second is ampulla, and third is isthmus. What is infundibulum? Infundibulum is a wide funnel shaped structure. तुसी funnel देखिया है लैब दे विच, और ये जिहड़ा funnel shaped structure है इसके अगे finger like projections ने, इस तरह जिवें funnel आ रहा है ये अगे इस तरह finger like projections ने, ये finger like projections जिहड़े हुंदे ने इनू असीं फिम्ब्रीज कहंदे आ। सो फिम्ब्रीज की करते हैं बच्चे, जिवें तुसीं देखते हो आपां क्रिकेट खेलते हैं, जो बैट्समैन हिट करता है, बॉलर कैच करता है बॉल नूं तां वो अपने हैंड्स जिहड़े हैगे ने वो खोल लैंदा है। सो उस दे नाल बॉल ईजीली ਉਹਦੇ हत्थ विच आ जाती है। पर्पस हुंदा है सरफेस एरिया नूं इनक्रीज़ करना। सो फिम्ब्रीज ਜਦੋਂ ओवरी ਦੇ ਵਿੱਚੋਂ ओवा रिलीज़ ਹੁੰਦਾ है, ਜਦੋਂ ओवरी ਚੋਂ ओवा रिलीज़ ਹੁੰਦਾ है ਤਾਂ ਫਿम्ब्ਰੀਜ਼ ਜਿਹੜੇ ਨੇ ਉਹ ਕੀ ਕਰਦੇ ਨੇ, ओवम ਨੂੰ कैच कर ਲੈਂਦੇ ਨੇ। ਫਿम्ब्रीਜ਼ ਦੇ ਕੋਲ ਓਪਨਿੰਗ ਹੁੰਦੀ ਹੈ ਜਿਹਨੂੰ ਅਸੀਂ ऑस्टियम ਕਹਿੰਦੇ ਨੇ, ਉਹਦੇ ਵਿੱਚੋਂ ओवा ਜਿਹੜਾ ਹੈਗਾ ਪਾਸ ਹੋ ਕੇ ਫੈਲੋਪੀਅਨ ਟਿਊਬ ਦੇ ਵਿੱਚੋਂ ਨਿਕਲ ਕੇ ਅਲਟੀਮੇਟਲੀ ਉਹ ट्यूब ਦੇ ਵਿੱਚ ਆਉਂਦਾ है जिथे कि फर्टिलाइजेशन ਹੁੰਦੀ है। सो इस पार्ट ਨੂੰ ਜਿਹੜਾ फनल शेप पार्ट है, ब्रॉड है, उसਨੂੰ ਅਸੀਂ इनफंडिबुलम ਕਹਿੰਦੇ ਆ। ਇਹ वाइडर पार्ट है एम्प्यूला, उस तो अगे एम्प्यूला पार्ट है। दैन उस तो अगे फिलोपियन ट्यूब थोड़ा नैरो हो जाता है, जो पार्ट यूट्रस ਦੇ ਵਿੱਚ ਖੁੱਲਦਾ है उसਨੂੰ ਅਸੀਂ ਕਹਿੰਦੇ ਆ इस्थेमस पार्ट। ठीक है, ਜਿਹੜਾ एम्प्यूला इस्थेमस जंक्शन पॉइंट है, एम्प्यूला इस्थेमस जंक्शन पॉइंट ਜਿਹੜਾ ਹੁੰਦਾ है तकरीबन ये एरिया हैगा जिथे कि फर्टिलाइजेशन होंदी है। जदों ओवम रिलीज़ होंदा है तो वह फिलोपियन ट्यूब के सिलरी एक्शन, हुणे मैं तुहानूं देखिया दस्सिया कि इहदे कोल सीलियाज ने। सो ओवम इत्थों दी ट्रैवल करदा 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 फिलोपियन ट्यूब दे विच आ जाता है इस्थेमस और एम्प्यूला के जंक्शन पॉइंट ते, और इत्थों जदों स्पर्म्स आते हैं तो यह पॉइंट है जिथे कि फर्टिलाइजेशन होंदा है। सो आई होप बच्चे फिलोपियन ट्यूब का स्ट्रक्चर तुहानूं समझ आ गया होएगा। नैक्सट आपां थर्ड पार्ट ते जा रहे हाँ, विच इज़ यूट्रस। राइट, यूट्रस जिहड़ा हैगा ये सारा यूट्रस है जो कि एक लार्ज हॉलो मस्कुलर स्ट्रक्चर है। एक पीयर जिहड़ी हुंदी है उन्होंने आपां जदों पीयर नूं इन्वर्ट कर दिंदे हाँ, इन्वर्टिड पीयर वर्गा स्ट्रक्चर है यूट्रस का। यूट्रस का जिहड़ा अपर पार्ट है जो कि थोड़ा डोम शेप लग रहा है, ये पार्ट इसनूं असीं फंडस बोलते हैं। इट इज़ डोम शेप्ड स्ट्रक्चर। दैन ये सारा जिहड़ा पार्ट है इट इज़ द बॉडी ऑफ द यूट्रस, और उस तो बाद नीचे जिहड़ा हैगा यू हैव सर्विक्स, और सर्विक्स के अगे पोस्टीरियर साइड ते वेजाइना। इत्थे मेन इंपॉर्टेंट गल ये है कि बच्चे जिहड़ा साडा यूट्रस है, यूट्रस दे कोल इट इज़ लाइनड बाय 3 लेयर्स। सब तो बाहर वाली जिहड़ी यूट्रस की लेयर है ये ब्लैक जिहड़ी हैगी है, इनू आपां कहंदे आ पैरीमीट्रियम। पैरीमीट्रियम जो कि थोड़ी थिन हुंदी है। दैन जिहड़ा सेंटर वाला लाइट पिंक पोर्शन नज़र आ रहा है इट इज़ नोन एज मायोमीट्रियम। मायोमीट्रियम इज़ मेड फ्रॉम स्मूथ मसल्स। सो चाइल्ड बर्थ के टाइम पे बहुत इंपॉर्टेंट रोल प्ले करते हैं। जो आप पार्टीशन करांगे उदों मैं थोड़ा एक्सप्लेन करूँगी। और सब तो इंपॉर्टेंट जिहड़ी लेयर है जो इत्थे रेड दिखाई गई है दैट इज़ नोन एज एंडोमीट्रियम। ठीक है, एंडोमीट्रियम जो लेयर है बहुत ज़्यादा वॉस्कुलर है, ग्लैंडुलर है, और ये लेयर है जिथे जाइगोट फर्टिलाइजेशन तो बाद जो इंप्लांटेशन होंदी है, ब्लास्टोसिस्ट बन जाता है, तो जी इंप्लांटेशन होंदी है वो इस लेयर के नाल होंदी है, दैट इज़ एंडोमीट्रियम। राइट, उस तो बाद यूट्रस तो थोड़ा जा तुसी नीचे आओगे दैन यू हैव एक नैरो है लोअर कैविटी भी दिख रही है, उहदे विच एक कैनाल नज़र आ रही है। सो ये जिहड़ा पोर्शन है उन्होंने असीं सर्विक्स कहते हैं, और सर्विक्स के ये जिहड़ी कैनाल नज़र आ रही है, ओपनिंग नज़र आ रही है, इसनूं असीं सर्विक्स कैनाल बोलते हैं। ठीक, सो सर्विक्स कैनाल। लैट्स गो टू द नैक्सट डायग्राम। बच्चे इस डायग्राम नूं होर चंगी तरह एक्सप्लेन करने वास्ते ये डायग्राम मैं खुद ड्रॉ किया है, थोड़ा कलरफुल बनाया ताकि तुहानूं सारे पार्ट्स समझ आ जाए। सब तो पहला ओवरीज तुसीं देख रहे हो, ओवरीज जिहड़े ने दे आर लिंक्ड विद द हैल्प ऑफ लिगामेंट्स, ओवेरियन लिगामेंट्स ने। दैन फेलोपियन ट्यूब में ड्रॉ की है, इनफंडिबुलम, एम्प्यूला, इस्थेमस पार्ट है, यूट्रस है। इत्थे जिहड़ी बाहर रेड लाइन है दैट इज़ पेरीमीट्रियम, जो मैं ऑरेंज बनाया है दैट इज़ मायोमीट्रियम, और अंदर जिहड़ी वॉस्कुलर जिगजैग मैं दिखाया तुहानूं सारा यूट्रस लाइनिंग अंदर इहदे नाल कवर्ड है, दैट इज़ नोन एज एंडोमीट्रियम लेयर।
ਉਸ ਤੋਂ ਬਾਅਦ ਸਰਵਿਕਸ ਹੈ, ਸਰਵਿਕਸ के ਨਾਲ ਹੈ, ਔਰ ਲਾਸਟ ਦੇ ਵਿੱਚ ਸਾਡਾ ਜਿਹੜਾ ਹੈਗਾ ਉਹ ਕੀ ਹੈ, वेजाइना है। वेजाइना भी एक लॉन्ग ट्यूब लाइक स्ट्रक्चर है, मस्कुलर टिशू है जो कि वेस्टिब्यूल 'ਚ ਅੱਗੇ ਜਾ ਕੇ ਖੁੱਲ੍ਹਦਾ ਹੈ। ਸੋ वेजाइना ਜਿਹੜਾ ਹੈਗਾ ਉਹ ਸਪਰਮ ਰਿਸੀਵ ਕਰਦਾ ਹੈ ਫਰੋਮ ਦ ਮੇਲ ਬੋਡੀ। ਸੋ ਇਹ ਕੋਪੂਲੇਸ਼ਨ ਦੇ ਟਾਈਮ 'ਤੇ ਸਪਰਮ ਇੱਥੇ ਰਿਲੀਜ਼ ਹੁੰਦੇ ਨੇ। ਅਲਟੀਮੇਟਲੀ ਸਪਰਮ ਜਿਹੜਾ ਹੈਗਾ ਉਹ ਟਰੈਵਲ ਕਰਦਾ ਹੈ, ਔਰ ਟਰੈਵਲ ਕਰਕੇ ਸਪਰਮ ਜਿਹੜਾ ਹੈਗਾ ਉਹ ਫਰਟੀਲਾਈਜੇਸ਼ਨ, ਜਿੱਥੇ ਫਰਟੀਲਾਈਜੇਸ਼ਨ ਪੁਆਇੰਟ ਹੈਗੇ ਉੱਥੇ ਸਪਰਮਸ ਜਿਹੜੇ ਨੇ ਉਹ ਪਹੁੰਚ ਜਾਂਦੇ ਨੇ। ਨੈਕਸਟ, ਓਕੇ ਬੱਚੇ, ਸਾਡੇ ਫੀਮੇਲ ਰਿਪਰੋਡਕਟਿਵ ਸਿਸਟਮ ਦਾ ਆਪਾਂ ਪ੍ਰਾਇਮਰੀ ਸੈਕਸ ਆਰਗਨਸ ਕਰ ਲਏ, ਅਸੈਸਰੀ ਆਪਾਂ ਡਕਟਸ ਕਰ ਲਏ, ਕੁਝ ਅਸੈਸਰੀ ਗਲੈਂਡਸ ਨੇ ਜੋ ਆਪਾਂ ਨੈਕਸਟ ਲੈਕਚਰ ਵਿੱਚ ਕਰਾਂਗੇ, ਔਰ ਜਿਹੜਾ ਲਾਸਟ ਪਾਰਟ ਫੀਮੇਲ ਰਿਪਰੋਡਕਟਿਵ ਸਿਸਟਮ ਦਾ ਹੈਗਾ ਦੈਟ ਇਜ਼ ਐਕਸਟਰਨਲ ਜੈਨੀਟੇਲੀਆ। ਐਕਸਟਰਨਲ ਜੈਨੀਟੇਲੀਆ ਮੈਂ ਤੁਹਾਨੂੰ ਦੱਸਿਆ ਸੀਗਾ। ਐਕਸਟਰਨਲ ਜੈਨੀਟੇਲੀਆ ਡਿਫਰੈਂਟ ਪਾਰਟਸ ਤੋਂ ਮਿਲ ਕੇ ਬਣਿਆ ਹੈ। ਸਭ ਤੋਂ ਪਹਿਲਾਂ ਜਿਹੜਾ ਅੱਪਰ ਮੋਸਟ ਪਾਰਟ ਹੈ ਉਹਨੂੰ ਅਸੀਂ ਮੋਨਸ ਪਿਊਬਿਸ ਕਹਿੰਦੇ ਹਾਂ। ਦਿਸ ਇਜ਼ ਮੋਨਸ ਪਿਊਬਿਸ। ਇਹ ਉੱਪਰ ਵਾਲੀ ਸਾਈਡ ਇਹਦਾ ਐਂਟੀਰੀਅਰ ਐਂਡ ਹੈ, ਨੀਚੇ ਵਾਲੀ ਸਾਈਡ ਪੋਸਟੀਰੀਅਰ ਐਂਡ ਲਿਖਿਆ, ਇਹਨੂੰ ਐਕਸਪਲੇਨ ਕਰਨ ਵਾਸਤੇ ਮੈਂ। ਜਿਹੜਾ ਅਪਰ ਪਾਰਟ ਹੈ ਜਿਹਨੂੰ ਆਪਾਂ ਮੋਨਸ ਪਿਊਬਿਸ ਲਿਖਿਆ ਹੈ, ਇਹ ਥੋੜਾ ਫੈਟੀ ਟਿਸ਼ੂ ਹੁੰਦਾ ਹੈ, ਕੁਸ਼ਨ ਦੀ ਤਰ੍ਹਾਂ ਹੈ, ਸੌਫਟ ਫੈਟੀ ਟਿਸ਼ੂ ਹੈ ਵਿਚ ਇਜ਼ ਕਵਰਡ ਬਾਈ ਹੇਅਰਸ, ਔਰ ਇਹ ਸਾਰੇ ਹੇਅਰਸ ਜਿਹੜੇ ਨੇ ਇਹ ਇਸ ਪਰਟੀਕੂਲਰ ਪੋਰਸ਼ਨ ਦੀ ਪ੍ਰੋਟੈਕਸ਼ਨ ਵਾਸਤੇ ਨੇ। ਉਸ ਤੋਂ ਬਾਅਦ ਇੱਥੇ ਮੈਂ ਬਾਹਰ ਇੱਕ ਰੈੱਡ ਡੋਟਡ ਲਾਈਨ ਲਗਾਈ ਹੈ ਔਰ ਉਸਦੇ ਅੰਦਰ ਇੱਕ ਬਲੂ ਲਾਈਨ ਲਗਾਈ ਹੈ। ਜਿਹੜਾ ਰੈੱਡ ਬਾਹਰ ਹੈ ਇਹ ਦੋ ਐਕਚੁਅਲੀ ਫਲੈਸ਼ੀ ਫੋਲਡਸ ਨੇ। ਬਾਹਰ ਵਾਲੇ ਨੂੰ ਅਸੀਂ ਲੈਬੀਆ ਮੇਜੋਰਾ ਕਹਿੰਦੇ ਹਾਂ, ਔਰ ਅੰਦਰ ਮੇਜਰ ਕਹਿੰਦੇ ਹਾਂ, ਔਰ ਅੰਦਰ ਵਾਲੇ ਨੂੰ ਅਸੀਂ ਕਹਿੰਦੇ ਹਾਂ ਲੈਬੀਆ ਮਾਈਨੋਰਾ, ਰਾਈਟ। ਜਿਹੜਾ ਰੈੱਡ ਸਟਰਕਚਰ ਅੰਦਰ ਮੈਂ ਬਣਾਇਆ ਹੈ ਉਹ ਕੀ ਹੈ, ਵੈਸਟੀਬਿਊਲ ਹੈ। ਵੈਸਟੀਬਿਊਲ ਦੇ ਅੰਦਰ ਦੋ ਓਪਨਿੰਗਸ ਨੇ, ਧਿਆਨ ਨਾਲ ਬੱਚੇ ਇਹਨੂੰ ਤੁਸੀਂ ਦੇਖੋ। ਦੋ ਓਪਨਿੰਗਸ ਨੇ, ਇੱਕ ਓਪਨਿੰਗ ਮੈਂ ਬਲੂ ਕਲਰ ਦੀ ਬਣਾਈ ਹੈ, ਇਹ ਯੂਰੇਥਰਲ ਓਪਨਿੰਗ ਹੈ, ਜੋ ਯੂਰੀਨਰੀ ਬਲੈਡਰ ਤੋਂ ਜਿਹੜਾ ਯੂਰੀਨ ਆ ਰਿਹਾ ਹੈ ਉਸ ਦੀ ਓਪਨਿੰਗ ਹੈ, ਉਹਨੂੰ ਅਸੀਂ ਬੋਲਦੇ ਹਾਂ ਯੂਰੇਥਰਲ ਓਪਨਿੰਗ। ਉਸ ਦੇ ਨੀਚੇ ਜੋ ਮੈਂ ਓਪਨਿੰਗ ਬਣਾਈ ਹੈ ਦੈਟ ਇਜ਼ ਵੇਜਾਈਨਲ ਓਪਨਿੰਗ, ਉਸਨੂੰ ਅਸੀਂ ਵੇਜਾਈਨਲ ਓਪਨਿੰਗ ਬੋਲਦੇ ਹਾਂ। ਇਹ ਵੇਜਾਈਨਲ ਓਪਨਿੰਗ ਹੈ, ਠੀਕ ਹੈ। ਸੋ ਉੱਪਰ ਵਾਲੀ ਓਪਨਿੰਗ ਨੂੰ ਯੂਰੇਥਰਲ ਓਪਨਿੰਗ ਕਹਾਂਗੇ, ਨੀਚੇ ਵਾਲੀ ਓਪਨਿੰਗ ਨੂੰ ਅਸੀਂ ਵੇਜਾਈਨਲ ਓਪਨਿੰਗ ਕਹਾਂਗੇ, ਰਾਈਟ। ਸੋ ਇਸ ਜਿਹੜਾ ਵੇਜਾਈਨਲ ਓਪਨਿੰਗ ਹੈ ਉਸ ਦੇ ਉੱਪਰ ਮੈਂ ਇੱਕ ਡਾਰਕ ਪਾਰਸ਼ੀਅਲ ਇੱਕ ਕਵਰ ਬਣਾਇਆ ਹੋਇਆ ਹੈ ਦੈਟ ਇਜ਼ ਨੋਨ ਐਜ਼ ਹਾਈਮਨ। ਸੋ ਓਪਨਿੰਗ ਆਫ ਵੇਜਾਈਨਾ ਜਿਹੜੀ ਹੈ ਉਹ ਪਾਰਸ਼ੀਅਲੀ ਕਵਰ ਹੁੰਦੀ ਹੈ ਇੱਕ ਮੈਂਬਰੇਨ ਦੇ ਨਾਲ, ਜਿਸ ਨੂੰ ਅਸੀਂ ਹਾਈਮਨ ਬੋਲਦੇ ਹਾਂ। ਸੋ ਹਾਈਮਨ ਜਿਹੜੀ ਹੈ ਕਈ ਵਾਰੀ ਜਿਹੜੀ ਵੇਜਾਈਨਾ ਹੈ ਉਸਨੂੰ ਪਾਰਸ਼ੀਅਲੀ ਕਵਰ ਕਰਦੀ ਹੈ, ਔਰ ਹਾਈਮਨ ਜਿਹੜਾ ਹੈਗਾ ਕਈ ਵਾਰੀ ਕੁਛ ਲੋਕ ਜਿਵੇਂ ਬੱਚੇ ਸਪੋਰਟਸ ਦੇ ਵਿੱਚ ਬਹੁਤ ਐਕਟਿਵ ਹੁੰਦੇ ਨੇ ਜਾਂ ਸਾਈਕਲਿੰਗ ਕਰਦੇ ਨੇ ਜਾਂ ਹਾਰਸ ਰਾਈਡਿੰਗ ਕਰਦੇ ਨੇ ਤਾਂ ਉਸ ਦੇ ਨਾਲ ਹਾਈਮਨ ਜਿਹੜੀ ਹੈ ਉਹ ਕਈ ਵਾਰ ਰਪਚਰ ਵੀ ਹੋ ਜਾਂਦੀ ਹੈ। ਜਿਹੜਾ ਸਾਡਾ ਵੇਜਾਈਨਲ ਓਪਨਿੰਗ ਹੈ ਉਹਦੇ ਦੋਨੋਂ ਸਾਈਡ 'ਤੇ ਇਹ ਮੈਂ ਬਲੈਕ ਛੋਟੀ ਛੋਟੀ ਬੋਡੀਜ਼ ਬਣਾਈਆਂ ਨੇ। ਇਹ ਐਕਚੁਅਲੀ ਗਲੈਂਡਸ ਨੇ ਜਿਹਨੂੰ ਅਸੀਂ ਬਾਰਥੋਲਿਨ ਗਲੈਂਡਸ ਕਹਿੰਦੇ ਹਾਂ। ਦੇ ਆਰ ਨੋਨ ਐਜ਼ ਬਾਰਥੋਲਿਨ ਗਲੈਂਡਸ। ਸੋ ਬਾਰਥੋਲਿਨ ਗਲੈਂਡਸ ਜੇ ਕੀ ਨੇ, ਇਹ ਦੋਨੋਂ ਸਾਈਡ 'ਤੇ ਵੇਜਾਈਨਾ ਦੇ ਦੋਨੋਂ ਸਾਈਡ ਦੇ ਉੱਪਰ ਨੇ, ਔਰ ਇਹ ਮਿਊਕਸ ਪ੍ਰੋਡਿਊਸ ਕਰਦੇ ਨੇ ਜੋ ਕਿ ਹੈਲਪ ਕਰਦਾ ਹੈ ਕੋਪੂਲੇਸ਼ਨ ਦੇ ਟਾਈਮ 'ਤੇ ਅਤੇ ਪਾਰਟੀਸ਼ਨ ਦੇ ਟਾਈਮ 'ਤੇ ਹੈਲਪ ਕਰਦਾ ਹੈ। ਉਸ ਤੋਂ ਬਾਅਦ ਜਿਹੜਾ ਬਾਹਰ ਇੱਕ ਬਹੁਤ ਇੰਪੋਰਟੈਂਟ ਸਟਰਕਚਰ ਦੱਸ ਰਹੀ ਹਾਂ ਜਿਸ ਨੂੰ ਆਪਾਂ ਕਹਿੰਦੇ ਹਾਂ ਕਲਾਈਟੋਰਿਸ। ਕਲਾਈਟੋਰਿਸ ਕੀ ਹੁੰਦਾ ਹੈ ਬੱਚੇ, ਇੱਕ ਬਹੁਤ ਛੋਟਾ ਜਿਹਾ ਟਾਈਨੀ ਫਿੰਗਰ ਲਾਈਕ ਸਟਰਕਚਰ ਹੁੰਦਾ ਹੈ ਜੋ ਕਿ ਯੂਰੇਥਰਾ ਦੇ ਉੱਪਰ ਵਾਲੀ ਸਾਈਡ 'ਤੇ ਪ੍ਰੈਜ਼ੈਂਟ ਹੈ, ਜੋ ਕਿ ਮੈਂ ਗ੍ਰੀਨ ਕਲਰ ਦਾ ਬਣਾਇਆ। ਇਸ ਨੂੰ ਅਸੀਂ ਕਲਾਈਟੋਰਿਸ ਕਹਿੰਦੇ ਹਾਂ। ਬੜਾ ਸੈਂਸਿਟਿਵ ਹੈ, ਫਿੰਗਰ ਲਾਈਕ ਸਟਰਕਚਰ ਹੈ, ਔਰ ਕਲਾਈਟੋਰਿਸ ਜਿਹੜਾ ਹੈ ਇੱਕ ਇਕੁਅਲੀ ਆਪਾਂ ਇਹਨੂੰ ਇੱਕ ਹੋਮੋਲੋਗਸ ਆਰਗਨ ਹੈ, ਆਪਾਂ ਇਹਨੂੰ ਕੰਪੇਅਰ ਕਰਦੇ ਹਾਂ ਵਿਦ ਦਾ ਮੇਲ ਪੈਨਿਸ, ਠੀਕ ਹੈ। ਜਿਵੇਂ ਮੇਲ ਦੇ ਵਿੱਚ ਪੈਨਿਸ ਹੈ ਉਸ ਤਰ੍ਹਾਂ ਫੀਮੇਲ ਬੋਡੀ ਦੇ ਵਿੱਚ ਵੀ ਇੱਕ ਛੋਟਾ ਜਿਹਾ ਫਿੰਗਰ ਲਾਈਕ ਸਟਰਕਚਰ ਹੁੰਦਾ ਹੈ ਜਿਹਨੂੰ ਆਪਾਂ ਬੋਲਦੇ ਹਾਂ ਕਲਾਈਟੋਰਿਸ, ਔਰ ਇਹ ਕੰਪੀਟੀਟਿਵ ਐਗਜ਼ਾਮਸ ਪੁੱਛਣ ਵਾਲਾ ਵੀ ਬਹੁਤ ਇੰਪੋਰਟੈਂਟ ਕੁਐਸਚਨ ਹੈ। ਉਸ ਤੋਂ ਬਾਅਦ ਮੈਂ ਤੁਹਾਨੂੰ ਦੋਨੋਂ ਲੇਅਰਸ ਦੱਸਦੇ, ਦੈਟ ਇਜ਼ ਜਿਹੜੀ ਲੈਬੀਆ ਮਾਈਨਰ ਹੈ, ਲੈਬੀਆ ਮਾਈਨਰ, ਇਹ ਲੈਬੀਆ ਮਾਈਨਰ ਹੈ ਜਿਹੜੀ ਮੈਂ ਪਰਪਲ ਕਲਰ ਦੇ ਨਾਲ ਬਣਾਈ ਹੈ। ਲੈਬੀਆ ਮਾਈਨਰ ਹੈ, ਪੇਅਰਡ ਫੋਲਡਸ ਹੈਗੇ ਨੇ, ਬੜੇ ਫਲੈਸ਼ੀ ਫੋਲਡਸ ਹੈ, ਔਰ ਇਹਨਾਂ ਦੇ ਬਾਹਰ ਜਿਹੜਾ ਹੈਗਾ ਲੈਬੀਆ ਮੈਜੋਰਾ ਹੁੰਦਾ ਹੈ ਜੋ ਕਿ ਇੱਕ ਫੈਟੀ ਟਿਸ਼ੂ ਹੈ, ਫਲੈਸ਼ੀ ਫੋਲਡ ਹੈ ਜੋ ਕਿ ਵੇਜਾਈਨਾ ਨੂੰ ਸਰਾਊਂਡ ਕਰਦਾ ਹੈ। ਸੋ ਬੱਚੇ ਇਹ ਜਿਹੜੇ ਸਾਰੇ ਸਟਰਕਚਰਸ ਨੇ ਇਹ ਐਕਸਟਰਨਲ ਜੈਨੀਟੇਲੀਆ ਹੈ, ਸਾਡੇ ਸਿਲੇਬਸ ਦਾ ਪਾਰਟ ਹੈ, ਜੋ ਕਿ ਤੁਹਾਨੂੰ ਆਈ ਹੋਪ ਤੁਹਾਨੂੰ ਇਸ ਮੈਂ ਬੜੇ ਈਜ਼ੀ ਵੇ ਨਾਲ ਇੱਕ ਡਾਇਗਰਾਮ ਬਣਾ ਕੇ ਤੁਹਾਨੂੰ ਇਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ।
ਸੋ ਇਹ ਸੇਮ ਆਪਣਾ ਇੱਕ ਹੋਰ ਤਰੀਕੇ ਦੇ ਨਾਲ ਮੈਂ ਡਾਇਗਰਾਮ ਬਣਾਇਆ ਤਾਂ ਕਿ ਤੁਹਾਨੂੰ ਇਹ ਕਲੀਅਰ ਹੋ ਜਾਏ। ਐਕਸਟਰਨਲ ਜੈਨੀਟੇਲੀਆ, सेम ਇਹਦਾ इंटीरियर एंड और पोस्टीरियर एंड बनाया है। मॉन्स प्यूबिस है जो कि हेयरी है और स्किनी स्ट्रक्चर है। देन लेबिया माइनोरा है, ओपनिंग ऑफ वेजाइना, हाइमन। सो सेम जो मैं आगे डायग्राम बनाया है सेम उसे दा एक डिफरेंट तरीके ਨਾਲ ड्रॉ ਕਰਨ ਦੀ मैं कोशिश की है ताकि ਤੁਹਾਨੂੰ ਇਹ ਜਿਹੜਾ स्ट्रक्चर है बहुत अच्छी तरह समझ आ जाए। ਬੱਚੇ ਇਹ ਜਿਹੜਾ ਡਾਇਗਰਾਮ ਹੈ ਥੋੜ੍ਹਾ ਜਿਹਾ ਮੈਨੂੰ ਕਨਫਿਊਜ਼ਿੰਗ ਲੱਗਦਾ ਹੈ, ਬਟ ਇਹ ਸਾਡਾ NCERT ਦਾ ਡਾਇਗਰਾਮ ਹੈ ਔਰ ਕਈ ਵਾਰੀ ਸਾਨੂੰ ਇਸ ਨੂੰ ਲੇਬਲ ਕਰਨਾ ਆ ਜਾਂਦਾ ਹੈ। ਸੋ ਇਹ ਸਾਡਾ ਫੀਮੇਲ ਰਿਪਰੋਡਕਟਿਵ ਸਿਸਟਮ ਹੀ ਹੈ, ਲੇਕਿਨ ਉਸ ਦਾ ਇੱਕ ਸੈਕਸ਼ਨਲ ਵਿਊ ਹੈ, ਸਾਈਡ ਵਿਊ ਆਪਾਂ ਇਸ ਨੂੰ ਕਹਿ ਸਕਦੇ ਹਾਂ। ਸੋ ਇਸ ਐਕਸਪਲੇਨ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਹੋਰ ਫਿਗਰ ਦਿਖਾਊਂਗੀ ਜੋ ਮੈਂ ਖੁਦ ਡਰॉ ਕੀਤੀ ਹੈ, ਸੋ ਦੈਟ ਤੁਹਾਨੂੰ ਇਹ ਵਾਲਾ ਡਾਇਗਰਾਮ ਚੰਗੀ ਤਰ੍ਹਾਂ ਸਮਝ ਆ ਜਾਏ। ਬੱਚੇ ਇਸ ਨੂੰ ਸਮਝਣ ਵਾਸਤੇ ਮੈਂ ਇੱਕ ਡਾਇਗਰਾਮ ਡਰॉ ਕੀਤਾ ਹੈ। ਅਗਰ ਤੁਸੀਂ ਧਿਆਨ ਨਾਲ ਫੀਮੇਲ ਰਿਪਰੋਡਕਟਿਵ ਸਿਸਟਮ ਨੂੰ ਆਪਾਂ ਸਾਈਡਵੇਜ਼ ਦੇਖਦੇ ਹਾਂ ਤਾਂ ਸਭ ਤੋਂ ਬਾਹਰ ਜਿਹੜਾ ਹੈਗਾ ਉਹ ਐਨਸ ਓਪਨਿੰਗ ਆ ਰਹੀ ਹੈ। ਐਨਸ ਤੋਂ ਅੱਗੇ ਵਿਜਾਈਨਲ ਓਪਨਿੰਗ ਹੈ, ਉਸ ਤੋਂ ਅੱਗੇ ਯੂਰੇਥਰਲ ਓਪਨਿੰਗ ਹੈ। ਸੋ ਫੀਮੇਲ ਰਿਪਰੋਡਕਟਿਵ ਸਿਸਟਮ ਦੇ ਵਿੱਚ ਸਾਡੇ ਕੋਲ ਦੋ ਓਪਨਿੰਗਸ ਆ ਰਹੀਆਂ ਨੇ। ਵਨ ਇਜ਼ ਯੂਰੇਥਰਲ ਓਪਨਿੰਗ ਜੋ ਕਿ ਯੂਰਿਨ ਕੈਰੀ ਕਰੇਗੀ, ਦੂਸਰੀ ਵਿਜਾਈਨਲ ਓਪਨਿੰਗ ਹੈ, ਇਹ ਸਾਡਾ ਯੂਟਰਸ ਹੈ। ਇਹ ਔਰ ਯੂਟਰਸ ਹੈ, ਯੂਟਰਸ ਤੋਂ ਸਾਡਾ ਸਰਵਿਕਸ ਔਰ ਵਿਜਾਈਨਾ। ਸੋ ਇਹ ਵਿਜਾਈਨਲ ਓਪਨਿੰਗ ਹੈ, ਇਹ ਯੂਰੇਥਰਲ ਓਪਨਿੰਗ ਹੈ ਔਰ ਇਹਦੇ ਨੀਚੇ ਲੇਬੀਆ ਮਾਈਨਰ ਤੇ ਮੇਜਰਸ ਦਿਖਾਏ ਗਏ ਨੇ। ਠੀਕ ਹੈ, ਹੁਣ ਤੁਸੀਂ ਆਪਣਾ ਸੇਮ ਡਾਇਗਰਾਮ ਦੁਬਾਰਾ ਦੇਖੋ। ਜਿਹੜਾ ਉੱਪਰੋਂ ਆਹ ਸਟਰਕਚਰ ਆ ਰਿਹਾ ਹੈ ਇਹ ਤੁਹਾਡਾ ਰੈਕਟਮ ਔਰ ਐਨਸ ਆ ਰਹੀ ਹੈ 1, ਔਰ ਇਹ ਤੁਹਾਡਾ ਕੀ ਹੈ, ਯੂਰੇਥਰਾ ਹੈ। ਇਹ ਤੁਹਾਡਾ ਯੂਟਰਸ ਹੈ ਔਰ ਯੂਟਰਸ ਦੇ ਵਿੱਚੋਂ ਇਹ ਤੁਹਾਡਾ ਇਹ ਵਿਜਾਈਨਲ ਓਪਨਿੰਗ ਆ ਗਈ ਨੰਬਰ 2। ਐਂਡ ਦਿਸ ਇਜ਼ ਯੂਰੀਨਰੀ ਬਲੈਡਰ। ਯੂਰੀਨਰੀ ਬਲੈਡਰ ਤੋਂ ਇਹ ਤੀਸਰਾ ਓਪਨਿੰਗ ਆ ਗਿਆ। ਠੀਕ ਹੈ, ਸੋ ਇਹ ਰਿਪਰੋਡਕਟਿਵ ਸਿਸਟਮ ਦੇ ਵਿੱਚ ਦੋ ਓਪਨਿੰਗ ਹੈ, ਯੂਰੇਥਰਾ ਜਿਹੜੀ ਆਪਣਾ ਯੂਟਰਸ ਦੀ ਓਪਨਿੰਗ ਹੈ ਐਂਡ ਦੈਨ ਜਿਹੜਾ ਯੂਰੀਨਰੀ ਬਲੈਡਰ ਤੋਂ ਓਪਨਿੰਗ ਆ ਰਹੀ ਹੈ, ਰਾਈਟ। ਸੋ ਉਸ ਤੋਂ ਇਹ ਸੇਮ ਡਾਇਗਰਾਮ ਹੈ ਜਿਹਨੂੰ ਮੈਂ ਬਹੁਤ ਈਜ਼ੀ ਕਰਕੇ ਨੈਕਸਟ ਤੁਹਾਨੂੰ ਬਣਾ ਕੇ ਦਿੱਤਾ ਹੈ। ਦੈਨ ਇਹ ਲੇਬੀਆ ਮਾਈਨਰ ਤੇ ਮੇਜਰਸ ਨੇ। ਦੈਨ ਇਹ ਤੁਹਾਨੂੰ ਕਲਾਈਟੋਰਿਸ ਨਜ਼ਰ ਆ ਰਿਹਾ ਹੈ। ਕਲਾਈਟੋਰਿਸ ਮੈਂ ਤੁਹਾਨੂੰ ਹੁਣੇ ਐਕਸਪਲੇਨ ਕੀਤਾ। ਕਲਾਈਟੋਰਿਸ ਜੋ ਕਿ ਫਿੰਗਰ ਲਾਈਕ ਪ੍ਰੋਜੈਕਸ਼ਨ ਹੈ ਔਰ ਜੋ ਕਿ ਸੈਂਸਿਟਿਵ ਔਰਗਨ ਹੈ, ਜਿਹਨੂੰ ਕਿ ਮੇਲ ਪੈਨਿਸ ਦੇ ਇਕੁਇਵਲੈਂਟ ਆਪਾਂ ਸਟਰਕਚਰ ਮੰਨਦੇ ਹਾਂ ਇਨ ਦਾ ਫੀਮੇਲ ਬੋਡੀ। ਸੋ ਇਸ ਡਾਇਗਰਾਮ ਨੂੰ ਸਮਝਣ ਵਾਸਤੇ ਮੈਂ ਇਹ ਡਾਇਗਰਾਮ ਡਰॉ ਕੀਤਾ ਹੈ। ਅਗਰ ਤੁਸੀਂ ਇਸ ਨੂੰ ਬਹੁਤ ਧਿਆਨ ਨਾਲ ਦੇਖੋਗੇ, ਲੇਬਲਿੰਗ ਦੇਖੋਗੇ ਤਾਂ ਤੁਹਾਨੂੰ ਉਹ ਡਾਇਗਰਾਮ ਬਹੁਤ ਜਲਦੀ ਸਮਝ ਆ ਜਾਏਗਾ। ਨੈਕਸਟ ਬੱਚੇ ਇਹ ਸਾਡਾ ਲਾਸਟ ਡਾਇਗਰਾਮ ਹੈ। ਪੂਰਾ ਫੀਮੇਲ ਰਿਪਰੋਡਕਟਿਵ ਸਿਸਟਮ ਮੈਂ ਤੁਹਾਨੂੰ ਐਕਸਪਲੇਨ ਕਰਤਾ। NCERT ਦਾ ਡਾਇਗਰਾਮ ਹੈ, ਬਹੁਤ ਅੱਛਾ ਬਣਿਆ ਹੋਇਆ ਹੈ, ਬਹੁਤ ਸਿੰਪਲ ਲੇਬਲਿੰਗ ਹੈ। ਸੋ ਤੁਸੀਂ ਓਵਰੀਜ਼, ਪੇਅਰ ਆਫ ਓਵਰੀਜ਼ ਦੇਖ ਰਹੇ ਹੋ। ਦੈਨ ਓਵਰੀਜ਼ ਜਿਹੜੇ ਨੇ ਉਹ ਲਿਗਾਮੈਂਟ ਦੇ ਨਾਲ ਅਟੈਚਡ ਨੇ। ਦੈਨ ਫਿਲੋਪੀਅਨ ਟਿਊਬਸ ਹੈ ਦੋਨੋਂ ਸਾਈਡ 'ਤੇ। ਫਿਲੋਪੀਅਨ ਟਿਊਬਸ ਦੇ ਤਿੰਨੋਂ ਪਾਰਟਸ ਤੁਹਾਨੂੰ ਮੈਂ ਐਕਸਪਲੇਨ ਕਰਤੇ। ਯੂਟਰਸ ਦਾ ਫੰਡਸ ਦੱਸਦਾ, ਡੋਮ ਸ਼ੇਪਡ ਹੈ। ਦੈਨ ਇਹ ਯੂਟਰਸ ਦੀਆਂ ਤਿੰਨੋਂ ਲੇਅਰਸ ਨੇ, ਐਂਡੋਮੀਟਰੀਅਮ, ਮਾਇਓਮੀਟਰੀਅਮ ਐਂਡ ਪੈਰੀਮੀਟਰੀਅਮ। ਦੈਨ ਯੂ ਹੈਵ cervix and cervix ਦੇ ਨਾਲ cervical canal ਹੈਗੀ ਹੈ and then the last part which is the vagina. So that's all about female reproductive system. In the next lecture we will study about the accessory glands, major functions and then the oogenesis. So that's all for today ਬੱਚੇ। I hope ਤੁਹਾਨੂੰ ਮੈਂ ਬਹੁਤ ਡਾਇਗਰਾਮੈਟਿਕਲੀ ਇਸ ਚੀਜ਼ ਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਹੈ। I hope ਤੁਹਾਨੂੰ ਸਮਝ ਆ ਗਿਆ ਹੋਗਾ। If you have any doubt, any questions, you can ask me. You are most welcome students. Thank you so much. Thanks for watching.